ਤੇ ਸਾਡਾ ਮਸਲਾ ਹੱਲ ਵੇਖੋ ਜੀ, ਨਾ ਤਹਿਸੀਲਦਾਰ ਹੀ ਕਰ ਰਹੇ ਆ ਤੇ ਨਾ ਪਟਵਾਰੀ ਕਰ ਰਹੇ ਆ। ਇਹ ਗੱਲ ਬੋਲ ਜੀ ਕਰੀ ਜਾਂਦੇ ਤੇ ਅਸੀਂ ਹੱਥ ਜੋੜ ਕੇ ਬੇਨਤੀ ਹੈ ਸਾਡੀ ਵੀ ਸਾਡੇ ਪਲਾਟ ਸਾਨੂੰ ਦਿਵਾਏ ਜਾਣ। ਤੇ ਹਰ ਕਿਸੇ ਨੂੰ ਲੋੜ ਆ। ਇਹ ਪਿੰਡ ਦੀ ਆਬਾਦੀ ਬੜੀ ਆ, ਹਰ ਘਰ ਵਿੱਚ 4-5 ਜੀ ਆ ਜਿਹੜੇ ਉਹ 3-4 ਮਰਲਿਆਂ 'ਚ ਰਹਿ ਰਹੇ ਸੀ। ਕਹਿੰਦੇ ਨਾ ਵੀ 40 ਸਾਲ ਤੋਂ ਮੰਨ ਲਾ ਕਿ ਉੱਥੇ ਕਬਜ਼ਾ ਵਾ, 40 ਸਾਲ ਤੋਂ ਇਹਨਾਂ ਨੇ ਕੇਸ ਜਿੱਤ ਲਿਆ ਵਾ। ਕੋਈ ਵੀ ਇੱਥੇ ਸੁਣਵਾਈ ਕਰਨ ਵਾਸਤੇ ਕਿਸੇ ਦੇ ਵਾਸਤੇ ਤਿਆਰ ਨਹੀਂ। ਪਟਵਾਰੀ ਨੂੰ ਜਾ ਕੇ ਕਹਿੰਦੇ ਆ ਨਾ, ਇਕੱਠੇ ਹੋ ਕੇ ਕਹਿੰਦੇ ਹਾਂ ਠੀਕ ਹੈ ਕਰਾਂਗੇ, ਕੋਈ ਨਹੀਂ ਕਰਦਾ। ਜਾਂ ਪਿੰਡ ਦਾ ਸਰਪੰਚ ਆ ਕਿਸੇ ਦੇ ਵਾਸਤੇ ਕਰਦਾ, ਗਰੀਬ ਵਾਸਤੇ ਕੁਛ ਨਹੀਂ ਕਰ ਰਿਹਾ। ਕੋਈ ਗਰੀਬ ਹੈ ਕਿਰਾਏ 'ਤੇ ਰਹਿ ਰਿਹਾ, 2-2 ਮਰਲੇ 1 ਮਰਲੇ ਥਾਂ ਦੇ ਵਿੱਚ ਰਹਿ ਰਿਹਾ। ਪਤਾ ਨਹੀਂ ਕਿਸ ਚੀਜ਼ ਦਾ ਡਰ ਆ ਪਟਵਾਰੀ ਨੂੰ ਜਾਂ ਤਹਿਸੀਲਦਾਰ ਨੂੰ, ਸਰਪੰਚ ਨੂੰ, ਵੀ ਜਿਹੜਾ ਕਬਜ਼ਾ ਦਵਾ ਕੇ ਖੁਸ਼ ਨਹੀਂ ਹੈਗਾ ਵੀ ਅਸੀਂ ਗਰੀਬਾਂ ਦਾ ਜਗ੍ਹਾ ਵਾ ਉੱਥੇ ਇਹਨਾਂ ਨੂੰ ਮਿਲ ਵੀ ਗਈ ਆ ਕਿ ਉਹਨਾਂ ਨੇ ਕਬਜ਼ਾ ਦਾ ਕਰਵਾਈਏ। ਪਰ ਨਹੀਂ, ਪਤਾ ਨਹੀਂ ਕੀ ਹਿਸਾਬ ਦਾ ਹੈ, ਕਈਆਂ ਨੂੰ ਪਤਾ ਨਹੀਂ ਕਾਹਦਾ ਡਰ ਆ। लो जी, असी अज पहुँच चुके हाँ पिंड नागोके, जिला तरनतारन, ब्लाक तहसील खडूर साहब और जिसनों हल्का लगता है श्री बाबा बकाला साहब। तो साडे नाल इस वक्त मौजूद ने पिंड नागोके दे नगर निवासी कुछ। मैं कैमरामैन नूं बेनती करांगा कि सब तो पहला जो भी इत्थे खड़े ने लोग इस नगर दे उन्हां वल कैमरा मारिया जाए। बहुत गिणती विच जिन्हां दियां कुछ मुश्किलां ने, आपां इन्हां कोलों ये जानना चाहांगे कि ये किस मसले नूं लैके जिहड़े भी SC परिवार ने इत्थे खड़े हुए ने। सो साडे नाल मौजूद ने इस वक्त इस नगर दे बहुत ही जिन्ने भी पतवंते सज्जन ने और अपनियां कुछ मंगां नूं लैके हाज़र होए ने। इन्हां नाल आपां गल करांगे जी। हाँ जी, सत श्री अकाल जी। सब तो पहला जी साडे मानयोग जथेदार साहब, जथेदार मेजर सिंह जी। हाँ जी, सत श्री अकाल जी। सत श्री अकाल जी। जथेदार जी, अज जो इकट्ठे होए सारी संगत है ना, तुसी किस मसले नूं लैके हाज़र होए उत्थे? ਅਸੀਂ ਜੀ ਇਸ ਮਸਲੇ ਨੂੰ ਲੈ ਚੁੱਕੇ ਹਾਂ ਕਿ ਅੱਜ ਤੋਂ ਸਵਰਨ ਸਿੰਘ ਕਾਮਰੇਡ ਜੀ ਸਾਡੇ 40 ਸਾਲ ਹੋ ਗਏ ਉਹਨਾਂ ਨੂੰ ਲੜਾਈ ਕਰਦਿਆਂ ਨੂੰ, ਥਾਂ ਬਦਲੇ ਤੇ ਸਾਡੇ 175 ਪਲਾਟ ਆ, 4.5 ਕਿੱਲੇ ਬਣਦੇ ਆ। ਵੇਖੋ ਜੀ, ਉਹਨਾਂ ਨੂੰ 40 ਸਾਲ ਹੋ ਗਏ ਲੜਾਈ ਕਰਦਿਆਂ ਨੂੰ, ਕੇਸ ਜਿੱਤ ਕੇ ਆਏ ਆ ਕੋਰਟ 'ਚੋਂ, ਚੰਡੀਗੜ੍ਹੋਂ। ਤੇ ਸਾਡਾ ਮਸਲਾ ਹੱਲ ਇੱਥੋਂ ਤੱਕ ਆ ਗਿਆ ਵੀ ਖਡੂਰ ਸਾਹਿਬ ਦੇ ਵਿੱਚ ਤਹਿਸੀਲਦਾਰ ਪਟਵਾਰੀਆਂ ਦੇ ਕੋਲ ਇਹਨਾਂ ਦੇ ਕੋਲ ਕਾਗਜ਼ ਪੱਤਰ ਸਾਰੇ ਆ ਗਏ ਨੇ। ਤੇ ਸਾਡਾ ਮਸਲਾ ਹੱਲ ਵੇਖੋ ਜੀ, ਇਹ ਨਾ ਤਹਿਸੀਲਦਾਰ ਹੀ ਕਰ ਰਹੇ ਆ ਤੇ ਨਾ ਪਟਵਾਰੀ ਕਰ ਰਹੇ ਆ। ਇਹ ਗੱਲ ਗੋਲ-ਮੋਲ ਜੀ ਕਰੀ ਜਾਂਦੇ ਆ। ਤੇ ਸਾਡਾ ਮਸਲਾ ਹੱਲ ਗਰੀਬਾਂ ਦਾ, ਸਾਨੂੰ ਪਲਾਟ ਮਿਲਣੇ ਚਾਹੀਦੇ ਆ ਤੇ ਸਾਡੇ ਮਤਲਬ ਵੀ ਸਾਨੂੰ ਹੱਕ ਮਿਲਣੇ ਚਾਹੀਦੇ ਆ। ਤੇ ਅਸੀਂ ਪਿੰਡ ਦੀ ਨਾਗੋਕਿਆਂ ਦੀ ਪੰਚਾਇਤ ਦੇ ਵੀ ਅਸੀਂ ਬੇਨਤੀ ਕਰਦੇ ਹਾਂ ਜ਼ਰੂਰ ਵੀ ਸਾਡੀ ਮੰਨਣਯੋਗ ਕਰਨ, ਗਰੀਬਾਂ ਦੀ ਮਦਦ ਕਰਨ, ਪੰਚਾਇਤ ਗਰੀਬਾਂ ਦੀ ਮਦਦ ਕਰੇ। ਤੇ ਅਸੀਂ ਹੱਥ ਜੋੜ ਕੇ ਬੇਨਤੀ ਹੈ ਸਾਡੀ ਵੀ ਸਾਡੇ ਪਲਾਟ ਸਾਨੂੰ ਦਿਵਾਏ ਜਾਣ। अच्छा जी, इस दे नाल ही ਇਹ ਟਿੰਕਾ ਪ੍ਰਧਾਨ ਜੀ ਭੱਟੀ ਸਾਹਿਬ, ਤੁਸੀਂ ਇਸ ਮਸਲੇ ਤੇ ਕੀ ਕਹਿਣਾ ਚਾਹੋਗੇ? ਵੇਖੋ ਜੀ, ਮੈਂ ਕਹਿਣਾ ਚਾਹੁੰਦਾ ਵੀ 40 ਸਾਲਾਂ ਤੋਂ ਸਾਡੇ ਸਵਰਨ ਸਿੰਘ ਜੀ ਜੋ ਕਾਮਰੇਡ ਜੀ ਸੰਘਰਸ਼ ਕਰ ਰਹੇ ਆ। ਠੀਕ ਹੈ ਜੀ, ਉਹਨਾਂ ਹਾਈ ਕੋਰਟ ਚੋਂ ਜਿੱਤ ਵੀ ਚੁੱਕੇ ਆ ਆਪਣਾ ਜੀ। ਤੇ ਕੁਝ ਮਜਬੂਰੀਆਂ ਕਰਕੇ ਇਸ ਵਕਤ ਉਹ ਵੀ ਨਹੀਂ ਸਾਡੇ ਨਾਲ ਤੁਰ ਸਕੇ ਤੇ ਸਾਨੂੰ ਉਹਨਾਂ ਮੌਕਾ ਦਿੱਤਾ ਇਹ ਸੇਵਾ ਕਰਨ ਦਾ। ਗਰੀਬਾਂ ਦੇ ਜੋ ਪਲਾਟ ਹਨ ਜੀ, ਇਹ ਹਰ ਕਿਸੇ ਨੂੰ ਲੋੜ ਆ। ਇਹ ਪਿੰਡ ਦੀ ਆਬਾਦੀ ਬੜੀ ਆ, ਹਰ ਘਰ ਵਿੱਚ 4-5 ਜੀ ਆ ਜਿਹੜੇ ਕੋਹ 3-4 ਮਰਲਿਆਂ 'ਚ ਰਹਿ ਰਹੇ, 3-3 4-4 ਭਰਾ ਜੀ। ਤੇ ਜ਼ਰੂਰਤ ਵੀ ਆ। ਤੇ ਮੈਂ ਵੀ ਆਪਣੀ ਪਿੰਡ ਦੀ ਪੰਚਾਇਤ ਨੂੰ ਇਹ ਕਹਿਣਾ ਚਾਹੁੰਦਾ ਵਾਂ, ਦੇਖੋ ਬਹੁਤ ਵਧੀਆ ਕੰਮ ਕਰਾ ਰਹੇ ਸਾਡੇ ਸਰਪੰਚ ਸਾਹਿਬ ਜੀ ਤੇ MLA ਸਾਹਿਬ ਨੂੰ ਵੀ ਅਸੀਂ ਆਪਣੀ ਬੇਨਤੀ ਕਰਨੇ ਚਾਹੁੰਦੇ ਹਾਂ ਵੀ ਉਹ ਵੀ ਸਾਡਾ ਸਾਥ ਦੇਣਾ ਤੇ
ਆਪਣੀ ਪਿੰਡ ਦੀ ਪੰਚਾਇਤ ਨੂੰ ਔਰ ਸਰਪੰਚ ਸਾਹਿਬ ਨੂੰ ਵੀ ਅਸੀਂ ਕਹਿਣਾ ਚਾਹੁੰਦੇ ਹਾਂ ਵੀ ਸਾਡਾ ਸਾਥ ਦੇਣਾ, ਤਾਂ ਜੋ ਇਹ ਗਰੀਬਾਂ ਨੂੰ ਜਿਹੜੇ 40 ਸਾਲਾਂ ਤੋਂ ਸੰਘਰਸ਼ ਲੜ ਰਹੇ ਨਾ, ਇਹਨਾਂ ਨੂੰ ਇਹ ਪਲਾਟ ਦਿੱਤੇ ਜਾਣ। ਅਤੇ ਚੰਨੀ ਸਾਹਿਬ ਹੋਣਾ ਵੀ, ਆਪਣੇ ਮੰਤਰੀ ਸਾਹਿਬ ਹੋਣਾ ਵੀ, ਜੋ ਆਪਾਂ ਨੂੰ ਉਹਨਾਂ ਵੱਲੋਂ ਵੀ ਅੱਡ ਰਿਹਾ ਵੀ ਹਰ ਕਿਸੇ ਪਿੰਡ ਵਿੱਚ 5-5 ਮਰਲੇ ਦਾ ਪਲਾਟ, ਪਰ ਸਾਡੇ ਤਾਂ ਪਹਿਲੋਂ ਹੀ ਇਹ ਮਨਜ਼ੂਰ ਹੋ ਚੁੱਕੇ ਹਨ। ਇਸ ਕਰਕੇ ਮੈਂ ਬੇਨਤੀ ਕਰਨੀ ਚਾਹੁੰਦਾ ਹਾਂ ਸਰਪੰਚ ਸਾਹਿਬ ਉਹਨਾਂ ਨੂੰ, ਸਾਰੀ ਪੰਚਾਇਤ ਨੂੰ ਅਤੇ ਆਪਣੇ MLA ਸਾਹਿਬ ਨੂੰ ਵੀ ਸਾਡੇ ਨਾਲ ਸਾਨੂੰ ਇਹ ਪਲਾਟ ਦਿੱਤੇ ਜਾਣ, ਇਹਨਾਂ ਗਰੀਬਾਂ ਨੂੰ ਪਲਾਟ ਦਿੱਤੇ ਜਾਣ। ਉਹ ਮੈਂ ਇੰਨਾ ਕੁਝ ਹੀ ਕਹਿੰਦਾ ਹੋਇਆ। ਅੱਛਾ, ਬੇਨਤੀ ਹੈ, ਇਹ ਜਿਹੜਾ ਜਗ੍ਹਾ ਹੈ, ਪਲਾਟ ਹੈ ਜਿਹੜੇ ਤੁਸੀਂ ਗੱਲ ਕਰ ਰਹੇ ਹੋ ਨਾ, ਇਹ ਪਲਾਟ ਪਿੰਡ ਦੇ ਵਿੱਚ ਨੇ ਕਿ ਜਾਂ ਉਹ ਕਿਹੜੀ ਜਗ੍ਹਾ ਮੌਜੂਦ ਆ ਜਿੱਥੇ ਇਹ ਜਗ੍ਹਾ ਜਿਹੜੀ ਤੁਹਾਨੂੰ ਮਨਜ਼ੂਰੀ ਮਿਲ ਚੁੱਕੀ ਹੈ? ਇਹ ਜੀ ਅਲੀਏ ਦੇ ਵਿੱਚ ਆ, ਥੇ ਪਰਲੇ ਪਾਸੇ ਅਲੀਏ ਦੇ ਅਗਲੇ ਬੰਨੇ, ਹਾਂਜੀ ਖਡੂਰ ਸਾਹਿਬ ਵਾਲੀ ਸਾਈਡ ਤੇ ਅਲੀਏ ਦੇ ਅਗਲੇ ਬੰਨੇ ਆ ਥੇ ਜੀ, ਹਾਂਜੀ। ਤੇ ਉਹ ਥੇ ਸਾਡਾ ਮਨਜ਼ੂਰ 40 ਸਾਲ ਹੋ ਗਏ, ਮਤਲਬ ਮਨਜ਼ੂਰ ਹੋਏ ਨੂੰ ਜੀ, ਹਾਂਜੀ। ਤੇ ਸਾਨੂੰ ਮਤਲਬ ਵੀ ਮਿਲ ਨਹੀਂ ਰਿਹਾ, ਅੱਜ ਤੱਕ ਵੀ ਨਹੀਂ ਇਹ ਮਤਲਬ ਵੀ ਮਿਲ ਰਿਹਾ ਸਾਨੂੰ। ਤੇ ਸਾਡੀ ਪੰਚਾਇਤ ਅੱਗੇ ਬੇਨਤੀ ਆ ਵੀ ਕੋਰਟ 'ਚੋਂ ਵੀ ਜਿੱਤਾ ਇਹ ਸਾਰਾ ਕੰਮ ਓਕੇ ਹੋ ਗਿਆ, ਪਟਵਾਰੀਆਂ ਤਾਂ ਵੀ ਕੰਮ ਮਤਲਬ ਵੀ ਓਕੇ ਹੋ ਗਿਆ ਕੰਮ, ਤੇ ਸਾਡੀ ਪਟਵਾਰੀ ਸੁਣਾਈ ਨਹੀਂ ਕਰ ਰਹੇ। ਅੱਛਾ ਜੀ, ਪ੍ਰਧਾਨ ਜੀ ਤੁਸੀਂ ਦੱਸੋ ਵੀ ਤੁਸੀਂ ਕੇਸ ਵੀ ਜਿੱਤ ਚੁੱਕੇ ਹੋ ਹੈ ਨਾ, ਇਹ ਜਗ੍ਹਾ ਦਾ ਕੇਸ ਜਿੱਤ ਚੁੱਕੇ ਹੋ, ਹੁਣ ਮੁਸ਼ਕਿਲ ਕਿੱਥੇ ਜਾ ਕੇ ਆ ਰਹੀ ਹੈ? ਮੁਸ਼ਕਿਲ ਇੱਦਾਂ ਜੀ ਵੀ ਮੁਸ਼ਕਿਲ ਉਹ ਆਪਣੇ ਇਸ ਤਰ੍ਹਾਂ ਤਹਿਸੀਲਦਾਰ ਸਾਹਿਬ ਆ, ਉਹਨਾਂ ਕੋਲ ਵੀ ਇਹ ਰਿਕਾਰਡ ਪਹੁੰਚ ਗਿਆ, ਪਰ ਕੋਈ ਸੁਣਵਾਈ ਨਹੀਂ ਹੋ ਰਹੀ। ਪਿਛਲੇ ਸਾਲਾਂ ਤੋਂ ਕੁਛ ਵੀ ਸੁਣਵਾਈ ਨਹੀਂ ਹੋ ਰਹੀ ਇਹਨਾਂ ਦੀ। ਅਸੀਂ ਚਲੋ ਇਹਨਾਂ ਗੜੀ ਬੇਨਤੀ ਕੀਤੀ ਜਾਂਦੀ ਜਾਂ ਕਰਦੇ ਹਾਂ ਵੀ ਚਲੋ ਇਹਨਾਂ ਨਾਲ ਗੱਲਬਾਤ ਕਰਕੇ ਸਾਡੀ ਸੁਣਵਾਈ ਕੀਤੀ ਜਾਵੇ। ਜੇ ਨਹੀਂ ਸੁਣਵਾਈ ਹੁੰਦੀ ਤਾਂ ਕੱਲ੍ਹ ਨੂੰ ਫਿਰ ਅਸੀਂ ਇਹਨਾਂ ਨੂੰ ਪਰਿਵਾਰਾਂ ਨੂੰ ਲੈ ਕੇ ਹੋ ਸਕਦਾ ਅਸੀਂ ਰੋਡਾਂ 'ਤੇ ਵੀ ਆ ਸਕਦੇ ਹਾਂ, ਠੀਕ ਹੈ ਜੀ। ਅਤੇ ਚਲੋ ਅਸੀਂ ਪੰਚਾਇਤ ਗੜੀ ਬੇਨਤੀ ਕੀਤੀ ਕਰਦੇ ਹਾਂ ਵੀ ਸਾਡੇ ਨਾਲ ਕੰਧਾ ਮਿਲਾ ਕੇ ਉਹ ਕੰਮ ਕੀਤਾ ਜਾਵੇ ਅਤੇ ਇਹਨਾਂ ਗਰੀਬਾਂ ਨੂੰ ਪਲਾਟ ਦਿਵਾਏ ਜਾਣ। ਬੇਨਤੀ ਹੈ ਜੀ ਹੱਕ ਲੈਣ ਵਾਸਤੇ, ਜਿਸ ਤਰ੍ਹਾਂ ਕਿਸਾਨ ਤੁਸੀਂ ਸਾਰੇ ਜਾਣਦੇ ਹੋ ਕਿ ਇਸ ਵਕਤ ਆਪਣੇ ਹੱਕਾਂ ਦੀ ਖਾਤਰ ਉਹਨਾਂ ਨੇ 700 ਦੇ ਕਰੀਬ ਜਿਹੜੇ ਨੇ ਕਿਸਾਨ ਜਿਹੜੇ ਨੇ ਉਹ ਸ਼ਹੀਦ ਹੋ ਚੁੱਕੇ ਨੇ। ਤੇ ਮੈਂ ਇਹ ਜੋ ਲੋਕ ਖੜੇ ਨੇ, ਕਿਉਂਕਿ ਆਪਣੀ ਹੱਕਾਂ ਦੀ ਖਾਤਰ ਇੱਥੇ ਜਾਨਾਂ ਵੀ ਕੁਰਬਾਨ ਕਰਨੀਆਂ ਪੈਂਦੀਆਂ ਨੇ, ਤੇ ਮੈਂ ਇੱਥੇ ਪੁੱਛਣਾ ਚਾਹਾਂਗਾ ਕਿ ਜੇ ਤੁਹਾਨੂੰ ਇੱਦਾਂ ਦੀ ਮੁਸ਼ਕਿਲ ਆਉਂਦੀ ਆ ਫਿਰ ਤੁਸੀਂ ਕੀ ਕਰੋਗੇ ਜੀ? ਸਭ ਤੋਂ ਪਹਿਲਾਂ ਮੈਂ ਸਭ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸੀਂ ਸਰਕਾਰ ਨੂੰ ਇਹ ਬੇਨਤੀ ਕਰਨੀ ਚਾਹੁੰਦੇ ਹਾਂ ਵੀ ਜੋ ਵੀ ਮਤਲਬ ਕੰਮ ਆ ਸ਼ਾਂਤਮਈ ਢੰਗ ਨਾਲ ਹੋਣਾ ਚਾਹੀਦਾ ਵਾ। ਸਾਡਾ ਸਾਰਾ ਹੀ ਮਤਲਬ ਨਗਰ ਜਿਹੜਾ ਬਹੁਤ ਹੀ ਪੁਰਾਣਾ ਨਗਰ ਆ, ਬਹੁਤ ਹੀ ਯੋਧਿਆਂ ਦਾ ਨਗਰ ਆ, ਅਤੇ ਇਹਦੇ ਵਿੱਚ ਜੋ ਗਰੀਬਾਂ ਨੂੰ ਹੱਕ ਨਹੀਂ ਮਿਲ ਸਕਿਆ, ਅਤੇ ਇਸ ਕਰਕੇ ਅਸੀਂ ਮੁੱਖ ਮੰਤਰੀ ਸਾਹਿਬ ਨੂੰ ਵੀ ਬੇਨਤੀ ਕਰਦੇ ਹਾਂ ਵੀ ਤੁਸੀਂ ਬਹੁਤ ਹੀ ਐਤਕੀ ਖੁੱਲ੍ਹਾਂ ਕੀਤੀਆਂ, ਅਤੇ ਸਾਡੇ ਨਗਰ ਦੇ ਵਿੱਚ ਵੀ ਕੋਈ ਇਹੋ ਜਿਹਾ ਕੋਈ ਸਿਸਟਮ ਕੀਤਾ ਜਾਵੇ ਜੋ ਪਰਿਵਾਰਾਂ ਨੂੰ ਮਤਲਬ ਹੱਕ ਮਿਲ ਸਕੇ। ਅਤੇ ਦੂਸਰੀ ਬੇਨਤੀ ਆ ਵੀ ਮਤਲਬ ਅਸੀਂ ਜਿੱਦਾਂ ਪੁੱਛ ਰਹੇ ਹਾਂ ਵੀ ਅਸੀਂ ਸਾਰੇ ਕੰਮਾਂ ਨੂੰ ਤਿਆਰ ਹਾਂ, ਅਤੇ ਅਸੀਂ ਤਾਂ ਇਹੀ ਨਿਰਮਤਾ ਸਹਿਤ ਦੀ ਬੇਨਤੀ ਕਰਦੇ ਹਾਂ ਵੀ ਸਾਨੂੰ ਆਪਣੇ ਹੱਕ ਜਿਹੜੇ ਮਿਲਣੇ ਚਾਹੀਦੇ ਆ। ਚਲੋ ਜੋ ਪਲਾਂਟ ਪੁਰਾਣੇ ਬਜ਼ੁਰਗਾਂ ਦੇ ਵੇਲੇ ਤੇ ਨਹੀਂ ਮਿਲੇ, ਜੋ ਹੁਣ ਸਰਕਾਰ ਨੇ ਮਤਲਬ ਅਲਾਟ ਕੀਤੇ, ਉਹ ਸਾਨੂੰ ਪੰਚਾਇਤੀ ਪੈਲੀਆਂ ਦੇ ਵਿੱਚੋਂ ਦਿੱਤਾ ਜਾਵੇ। ਅਤੇ ਇਸ ਕਰਕੇ ਸਾਡੀ ਉਹ ਬੇਨਤੀ ਆ ਵੀ ਸਾਡੀ ਸੁਣਵਾਈ ਹੋ ਸਕੇ। ਨਹੀਂ ਸੁਣਵਾਈ ਹੋਊਗੀ ਤਾਂ ਫਿਰ ਅਸੀਂ ਰੋਡਾਂ 'ਤੇ ਵੀ ਆਵਾਂਗੇ। ਅੱਛਾ ਜੀ, ਜੇਕਰ ਤੁਹਾਡੀ ਸੁਣਵਾਈ ਨਹੀਂ ਹੁੰਦੀ, 40 ਸਾਲ ਤੋਂ ਤੁਹਾਡੇ ਪਲਾਟ ਜਿਹੜੇ ਨੇ ਮਨਜ਼ੂਰ ਹੋ ਚੁੱਕੇ ਨੇ, ਉਦੋਂ ਦੀ ਸੁਣਵਾਈ ਨਹੀਂ ਹੋਈ ਹੈ ਨਾ, ਜੇਕਰ ਤੁਹਾਡੀ ਹੁਣ ਵੀ ਸੁਣਵਾਈ ਨਹੀਂ ਹੁੰਦੀ ਤਾਂ ਫਿਰ ਤੁਸੀਂ ਕੀ ਕਰੋਗੇ ਜੀ? ਫਿਰ ਰੋਡਾਂ ਦੇ ਉੱਤੇ ਬਵਾਂਗੇ, ਰੋਡਾਂ ਤੇ ਬਹਿ ਕੇ ਕੀ ਕਰੋਗੇ? ਆਪਣੇ ਹੱਕ ਲਵਾਂਗੇ, ਬੰਦ ਕਰਾਂਗੇ ਰੋਡ ਬੰਦ ਕਰਾਂਗੇ। ਲਓ ਜੀ, ਜੇਕਰ ਇਹਨਾਂ ਦੀ ਸੁਣਵਾਈ ਨਹੀਂ ਹੁੰਦੀ ਤੇ ਜਿਸ ਤਰ੍ਹਾਂ ਲੋਕ ਆਪਣੇ ਹੱਕਾਂ ਦੀ ਖਾਤਰ ਰੋਡਾਂ ਤੇ ਬੈਠਦੇ ਨੇ, ਭੁੱਖ ਹੜਤਾਲਾਂ ਰੱਖਦੇ ਨੇ, ਧਰਨਿਆਂ ਤੇ ਬੈਠਦੇ ਨੇ, ਤਾਂ ਕੀ ਜੇਕਰ ਤੁਹਾਨੂੰ ਬਾਈ ਚਾਂਸ ਤਹਿਸੀਲਦਾਰ ਕਾਨਗੋ ਪਟਵਾਰੀ ਇਹ ਤੁਹਾਡੇ ਇਸ ਪੰਚਾਇਤ ਦੇ ਨਾਲ ਜਾਣ ਦੇ ਬਾਵਜੂਦ ਵੀ, ਬੇਨਤੀ ਕਰਨ ਦੇ ਬਾਵਜੂਦ ਵੀ ਫਿਰ ਵੀ ਨਹੀਂ ਇਸ ਗੱਲ 'ਤੇ ਗੌਰ ਕਰਦੇ, ਤੇ ਫਿਰ ਤੁਸੀਂ ਤਹਿਸੀਲਦਾਰ ਜਾਂ ਪਟਵਾਰੀ ਸਾਹਿਬ ਨੂੰ ਉਹਨਾਂ ਨਾਲ ਕਿਵੇਂ ਨਜਿੱਠੋਗੇ ਜੀ? ਹਾਂਜੀ, ਗੁਰੂ ਪਿਆਰੀ ਸਾਹਿਬ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ। ਜੋ ਗਰੀਬਾਂ ਵਾਸਤੇ ਹੱਕ ਹੈ, ਇਹ 40 ਸਾਲ ਤੋਂ ਜੋ ਹੈ ਚੱਲ ਰਿਹਾ ਹੈ। ਕਿਉਂ 3 ਪਰਿਵਾਰ ਜੋ ਹੈ 2 ਮਰਲਿਆਂ ਦੇ ਵਿੱਚ ਆਪਣਾ ਰਿਹਾਇਸ਼ ਚੱਲ ਰਹੀ ਹੈ। ਸੋ ਸਾਨੂੰ ਇਹ ਸਰਕਾਰ ਵੱਲੋਂ ਜੋ ਹੱਕ ਮਿਲਣੇ ਚਾਹੀਦੇ ਹਨ,
ਇਹ ਅਸੀਂ ਸਰਕਾਰ ਦੇ ਨਾਲ ਹੀ ਹਾਂ, ਇਹਨਾਂ ਭਰਾਵਾਂ ਭੈਣਾਂ ਦੇ ਨਾਲ ਹੀ ਹਾਂ। ਸੋ ਸਾਨੂੰ ਇਹ ਜੋ ਮਿਲਣਾ ਚਾਹੀਦਾ ਹੱਕ ਸਾਡਾ। ਇੰਨੀ ਬੇਨਤੀ ਕਹਿੰਦੇ ਖਿਮਾ ਦੇ ਜਾਚਕਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਮੈਂ ਦੁਬਾਰਾ ਟਿੰਕਾ ਪ੍ਰਧਾਨ ਜੀ ਉਹਨਾਂ ਦੇ ਕੋਲ ਆਵਾਂਗਾ, ਕਿਉਂਕਿ ਉਹ ਇੱਕ ਸਮਾਜ ਸੇਵਕ ਵੀ ਨੇ, ਬਹੁਤ ਸੁਲਝੇ ਹੋਏ ਨੇ ਮੇਰੇ ਵੀਰ। ਮੈਂ ਬੇਨਤੀ ਕਰਾਂਗਾ ਕਿ ਸਭ ਤੋਂ ਪਹਿਲਾਂ ਸਾਨੂੰ ਇਸ ਚੀਜ਼ ਦਾ ਵੀ ਕਲੀਅਰ ਕਰਨਾ ਪਵੇਗਾ ਕਿ ਉਹ ਟੋਟਲ ਜਿਹੜੀ ਜ਼ਮੀਨ ਆ ਉੱਥੇ ਕੋਈ ਇਸ ਵਕਤ ਕਿਸੇ ਦਾ ਹੁਣ ਕਬਜ਼ਾ ਹੈ ਕਿ ਜਾਂ ਨਹੀਂ? ਕਿਸੇ ਦਾ ਕਬਜ਼ਾ ਨਹੀਂ ਹੋਣਾ। ਨਹੀਂ, ਕਿਸੇ ਦਾ ਨਹੀਂ ਜੀ ਕਬਜ਼ਾ। ਇਹ ਤਾਂ ਉਹ ਕਬਜ਼ਾ ਕਿਸੇ ਦਾ ਨਹੀਂ ਆ, ਫ੍ਰੀ ਆ ਉੱਥੇ। ਕਬਜ਼ਾ ਕਿਸੇ ਦਾ ਨਹੀਂ ਆ, ਕਬਜ਼ਾ ਕਿਸੇ ਦਾ ਨਹੀਂ ਆ, ਲੇਕਿਨ ਫਿਰ ਮੁਸ਼ਕਿਲ ਇੰਨੀ ਮੁਸ਼ਕਿਲ ਜਿਹੜੀ ਆ ਫਿਰ ਤੁਹਾਨੂੰ ਜੱਦੋ ਜਹਿਦ ਕਿਉਂ ਕਰਨੀ ਪੈ ਰਹੀ ਹੈ? ਇੰਨੇ ਲੋਕ ਜਿਹੜੇ ਇਕੱਠੇ ਹੋਏ ਨੇ। ਵੇਖੋ ਜੀ, ਜਦੋਂ ਉੱਥੇ ਕੋਠੇ ਪਏ ਸੀਗੇ ਜ਼ਰੂਰ, ਪਰ ਉਹਨਾਂ ਨੂੰ ਇਸ ਗੱਲ ਤੋਂ ਉਹਨਾਂ ਜ਼ਿਮੀਂਦਾਰਾਂ ਨੂੰ ਪਤਾ ਲੱਗ ਗਿਆ ਸੀਗਾ ਵੀ ਇਹ ਮਤਲਬ ਵੀ ਪਲਾਟਾਂ ਦਾ ਥਾਂ ਵਾ, ਮਜ਼੍ਹਬੀ ਸਿੱਖਾਂ ਦਾ ਥਾਂ ਵਾ। ਉਹਨਾਂ ਉੱਥੋਂ ਮਕਾਨ ਆਪਣੇ ਢੇੜ ਕੇ ਤੇ ਆਪੋ ਆਪਣੇ ਮਤਲਬ ਵੀ ਪੈਲੀਆਂ ਦੇ ਵਿੱਚ ਉਹਨਾਂ ਪਾ ਲਏ ਆ, ਤੇ ਉੱਥੋਂ ਥਾਂ ਜਗ੍ਹਾ ਉਹਨਾਂ ਛੱਡ ਦਿੱਤੀ ਗਈ ਆ। ਤੇ ਉਹਨਾਂ ਆਪੋ ਆਪਣੀ ਜਗ੍ਹਾ ਦੇ ਵਿੱਚ ਉਹਨਾਂ ਮਤਲਬ ਵੀ ਕੋਠੀਆਂ ਪਾ ਲਈਆਂ ਵਾ। ਉੱਥੋਂ ਜਗ੍ਹਾ ਪਲਾਟਾਂ ਦੇ ਵਿੱਚੋਂ ਨਾ ਮਜ਼੍ਹਬੀ ਸਿੱਖਾਂ ਦੇ ਪਲਾਟਾਂ ਦੇ ਵਿੱਚੋਂ ਨਾ ਜਗ੍ਹਾ ਛੱਡ ਦਿੱਤੀ ਗਈ ਆ। ਹਾਂਜੀ, ਠੀਕ ਹੈ ਜੀ, ਉੱਥੋਂ ਕਹਿੰਦੇ ਕਿ ਜਗ੍ਹਾ ਛੱਡ ਦਿੱਤੀ ਗਈ ਆ। ਹਾਂਜੀ ਵੀਰ ਜੀ, ਤੁਸੀਂ ਇਸ ਮਸਲੇ ਤੇ ਇਹਨਾਂ ਦੇ ਨਾਲ ਸਾਰੇ ਸੰਗਤ ਦੇ ਨਾਲ? ਨਾਲੀਆਂ ਜੀ। ਹਾਂਜੀ ਵੀਰ ਜੀ, ਤੁਸੀਂ ਕੀ ਕਹਿਣਾ ਚਾਹੋਗੇ? ਹਾਂਜੀ ਭਾਜੀ, ਇਹੋ ਹੀ ਹੈ ਕਿ ਸ਼ੁਰੂ ਤੋਂ ਨਾ ਕੋਈ ਵੀ ਸਰਪੰਚ ਜਾਂ ਪਟਵਾਰੀ ਹੈ ਨਾ, ਕਿਸੇ ਦਾ ਸਹਾਇਤਾ ਅੱਜ ਤੱਕ ਕੋਈ ਨਹੀਂ ਕਰ ਰਿਹਾ। ਠੀਕ ਆ, ਹੁਣ ਕਹਿੰਦੇ ਨਾ ਵੀ 40 ਸਾਲ ਤੋਂ ਮੰਨ ਲਾ ਕਿ ਉੱਥੇ ਕਬਜ਼ਾ ਵਾ, 40 ਸਾਲ ਤੋਂ ਇਹਨਾਂ ਨੇ ਕੇਸ ਜਿੱਤ ਲਿਆ ਵਾ, ਕੋਈ ਵੀ ਇੱਥੇ ਸੁਣਵਾਈ ਕਰਨ ਵਾਸਤੇ ਕਿਸੇ ਦੇ ਵਾਸਤੇ ਤਿਆਰ ਨਹੀਂ। ਪਟਵਾਰੀ ਨੂੰ ਜਾ ਕੇ ਕਹਿੰਦੇ ਆ ਨਾ, ਇਕੱਠੇ ਹੋ ਕੇ ਕਹਿੰਦੇ ਹਾਂ ਠੀਕ ਹੈ ਕਰਾਂਗੇ, ਕੋਈ ਨਹੀਂ ਕਰਦਾ। ਜਾਂ ਪਿੰਡ ਦਾ ਸਰਪੰਚ ਆ ਕਿਸੇ ਦੇ ਵਾਸਤੇ ਕਰਦਾ, ਗਰੀਬ ਵਾਸਤੇ ਕੁਛ ਨਹੀਂ ਕਰ ਰਿਹਾ। ਕੋਈ ਗਰੀਬ ਹੈ ਕਿਰਾਏ 'ਤੇ ਰਹਿ ਰਿਹਾ, 2-2 ਮਰਲੇ 1 ਮਰਲੇ ਥਾਂ ਦੇ ਵਿੱਚ ਰਹਿ ਰਿਹਾ, ਪਤਾ ਨਹੀਂ ਕਿਸ ਚੀਜ਼ ਦਾ ਡਰ ਆ ਪਟਵਾਰੀ ਨੂੰ ਜਾਂ ਤਹਿਸੀਲਦਾਰ ਨੂੰ, ਸਰਪੰਚ ਨੂੰ, ਵੀ ਜਿਹੜਾ ਕਬਜ਼ਾ ਦਵਾ ਕੇ ਖੁਸ਼ ਨਹੀਂ ਹੈਗਾ ਵੀ ਅਸੀਂ ਗਰੀਬਾਂ ਦਾ ਜਗ੍ਹਾ ਵਾ ਉੱਥੇ ਇਹਨਾਂ ਨੂੰ ਮਿਲ ਵੀ ਗਈ ਆ ਵੀ ਉਹਨਾਂ ਨੇ ਕਬਜ਼ਾ ਦਾ ਕਰਵਾਈਏ। ਪਰ ਨਹੀਂ, ਪਤਾ ਨਹੀਂ ਕੀ ਹਿਸਾਬ ਹੈ, ਕਈਆਂ ਨੂੰ ਪਤਾ ਨਹੀਂ ਕਾਹਦਾ ਡਰ ਆ ਜੋ ਇਹਨਾਂ ਦਾ ਨਾ ਕਰਵਾ ਨਹੀਂ ਰਹੇ। ਬੇਨਤੀ ਹੈ ਕਿ ਹੁਣੇ ਵੀਰ ਜੀ ਦੱਸ ਰਿਹਾ ਸੀ ਕਿ ਸਾਡੇ ਜਿਹੜੇ ਆਪਣੇ ਪਿੰਡ ਦੇ ਸਰਪੰਚ ਸਾਹਿਬ ਨੇ, ਜਿਹੜੀ ਪੰਚਾਇਤ ਆ ਨਵਾਂ ਹੈ ਨਾ, ਨਵੀਂ ਪੰਚਾਇਤ ਆ, ਮੌਜੂਦਾ ਪੰਚਾਇਤ ਆ, ਕਿ ਪਿੰਡ ਦਾ ਵਿਕਾਸ ਕਰ ਰਹੀ ਹੈ ਨਾ, ਪਰ ਤੁਹਾਡੇ ਕਹਿਣ ਦੇ ਮੁਤਾਬਕ ਤੁਸੀਂ ਕਹਿ ਰਹੇ ਵੀ ਉਹ ਇਸ ਗੱਲ ਵੱਲ ਤਵੱਜੋ ਨਹੀਂ ਦੇ ਰਿਹਾ। ਪਤਾ ਕੀ ਗੱਲ ਹੈ, ਹੁਣ ਸਰਪੰਚ ਹੁਣ 40 ਸਾਲ ਦੇ ਵਿੱਚ ਕਿੰਨੇ ਸਰਪੰਚ ਬਦਲ ਚੁੱਕੇ ਆ ਨਾ, ਹਰੇਕ ਨੇ ਮੰਨ ਲਾ ਕਿ ਇਕੱਠੇ ਹੋ ਕੇ ਦੱਸਦੇ ਆ ਕਿ ਸਾਡੀ ਆਹ ਪ੍ਰੋਬਲਮ ਹੈ, ਹੱਲ ਕੀਤੀ ਜਾਵੇ। ਪਰ ਕੌਣ ਹੱਲ ਕਰਦਾ? ਕੋਈ ਨਹੀਂ ਹੱਲ ਕਰਦਾ। ਹਾਂ ਕਰਾਂਗੇ, ਹੱਲ ਕਰਾਂਗੇ, ਫਿਰ ਗੱਲ ਉਸੇ ਤਰ੍ਹਾਂ ਹੀ ਦੱਬੀ ਰਹਿ ਜਾਂਦੀ ਆ। ਆਹ ਪੇਪਰ ਵੀ ਸਾਰੇ ਇਹਨਾਂ ਦੇ ਕੋਲ ਹੈ, ਸਬੂਤ ਦੇ ਵਜੋਂ ਸਾਰਾ ਕੁਝ ਲਿਖਤੀ ਰੂਪ ਦੇ ਵਿੱਚ ਹੈਗਾ ਵਾ। ਜੇ ਲਿਖਤੀ ਰੂਪ 'ਚ ਨਾ, ਹੁਣ ਪਟਵਾਰੀ ਤਹਿਸੀਲਦਾਰ ਦੇ ਕੋਲ ਲਿਖਤੀ ਰੂਪ 'ਚ ਆਲਰੇਡੀ ਆ ਚੁੱਕਿਆ ਵਾ ਹਾਈ ਕੋਰਟ ਦੇ ਵਿੱਚੋਂ, ਪਰ ਫਿਰ ਵੀ ਸੁਣਵਾਈ ਕਰਨ ਵਾਸਤੇ ਤਿਆਰ ਨਹੀਂ ਹੈਗੇ ਕੋਈ ਵੀ। ਤੁਸੀਂ ਇਹ ਸਰਪੰਚ ਸਾਹਿਬ ਦੇ ਕੋਲ ਜਾਂ ਐਮਐਲਏ ਸਾਹਿਬ ਤੱਕ ਇਸ ਮਸਲੇ ਤੇ ਤੁਸੀਂ ਪਹੁੰਚੇ ਹੋ? ਆਪਣੇ ਜਿਹੜੇ ਨਾ ਵੱਡੇ ਸਾਰੇ ਨਾ ਇਹ ਆਪਣਾ ਮੈਂਬਰ ਆ ਵਗੈਰਾ ਸਾਰੇ ਹੀ ਨਾ, ਪ੍ਰਧਾਨ ਸਾਹਿਬ ਸਾਰੇ ਜਾ ਚੁੱਕੇ ਆ, ਪਰ ਨਹੀਂ ਸੁਣਵਾਈ ਨਹੀਂ ਕਰ ਰਹੇ। ਲਓ ਜੀ, ਕਹਿੰਦੇ ਨੇ ਕਿ ਜਿਹੜਾ ਪੰਚਾਇਤ ਦਾ ਮਤਾ ਹੈ ਉਹ ਵੀ ਪੈ ਚੁੱਕਾ ਹੈ, ਆਵੇ ਸਿਗਨੇਚਰ ਹੋਏ ਨੇ। ਮੈਂ ਕੈਮਰਾਮੈਨ ਨੂੰ ਬੇਨਤੀ ਕਰਾਂਗਾ ਕਿ ਕੈਮਰਾ ਮਾਰੋ। ਹਾਂਜੀ, ਮਤਾ ਜਿਹੜਾ ਉਹ ਪੰਚਾਇਤ ਦਾ ਪੈ ਚੁੱਕਾ ਹੈ। ਹੁਣ ਤੁਸੀਂ ਇਸ ਸੰਬੰਧੀ ਅੱਗੇ ਆਪ ਜੀਆਂ ਦਾ ਕਿਵੇਂ ਵਿਚਾਰ ਆ ਜੀ? ਤੁਸੀਂ ਅਸੀਂ ਇਹੋ ਕਹਿੰਦੇ ਪੰਚਾਇਤ ਨੂੰ ਜੀ, ਉਹਨਾਂ ਨੂੰ ਪਤਾ, ਉਹਨਾਂ ਕਾਗਜ਼ ਦੇਖੇ ਆ ਸਾਰਾ ਕੁਝ, ਹਾਈ ਕੋਰਟ ਦੇ ਆਰਡਰ ਜੋ ਜਿੰਨੇ ਕਾਗਜ਼ ਆ ਸਾਰਾ ਕੁਝ ਵੇਖਿਆ। ਅਸੀਂ ਇਹੋ ਬੇਨਤੀ ਕਰਨਾ ਚਾਹੁੰਦੇ ਹਾਂ ਹੁਣ ਵਾਲੀ ਪੰਚਾਇਤ ਨੂੰ ਵੀ ਉਹਨਾਂ ਨੂੰ ਪਤਾ ਹੀ ਆ ਵੀ ਸਾਡਾ ਸਾਥ ਦਿੱਤਾ ਜਾਵੇ ਤੇ ਬਣਦਾ ਹੱਕ ਗਰੀਬਾਂ ਨੂੰ ਦਿੱਤਾ ਜਾਵੇ, ਕਿ ਇਹਨਾਂ ਦਾ ਹੱਕ ਵੀ ਉਹ ਬਣਦਾ ਵਾ, ਉਹ ਸਾਡਾ ਹੱਕ ਆ ਸਾਰੇ ਐਸੀ ਪਰਿਵਾਰ ਦਾ, ਤੇ ਉਹਨਾਂ ਨੂੰ ਹੱਕ ਦਿੱਤਾ ਜਾਵੇ। ਜੀ ਤੁਸੀਂ ਕੀ ਕਹਿਣਾ ਚਾਹੋਗੇ? ਵੇਖੋ ਸਰ ਜੀ, ਬਹੁਤ ਚਿਰ ਹੋ ਗਿਆ ਜੀ ਇਹ ਮਸਲੇ ਨੂੰ ਲੈ ਕੇ ਚੱਲਦੇ ਹੋਇਆ। ਜੀ ਕਾਮਰੇਡ ਸਾਹਿਬ ਨੇ ਵੀ ਬਹੁਤ ਚਿਰ ਇਹੋ ਹੀ ਸੰਘਰਸ਼ ਕੀਤਾ ਕਿ ਜਿਹੜੇ ਗਰੀਬਾਂ ਦੇ ਮਸਲੇ ਆ ਕਿ ਹੱਲ ਹੋਣ। ਜੀ ਅਜੇ ਤੱਕ ਕੋਈ ਵੀ ਮਸਲਾ ਸਾਡਾ ਹੱਲ ਨਹੀਂ ਹੋਇਆ। ਜਿਹੜੇ ਗਰੀਬਾਂ ਦੇ ਥਾਂ ਹੀ ਅਜੇ ਤੱਕ ਮਿਲੇ ਨਹੀਂ। ਪਰ ਕੀ ਹੈ ਕਿ ਹਰ ਥਾਂ, ਹਰ ਪਿੰਡਾਂ ਦੇ ਵਿੱਚ ਸਾਰਿਆਂ ਨੂੰ 5-5 ਮਰਲਿਆਂ ਦੀਆਂ ਕਲੋਨੀਆਂ ਕੱਟ ਕੇ ਤੇ ਕਮਰੇ ਬਣਾ ਕੇ ਦਿੱਤੇ ਗਏ। ਪਰ ਸਾਡੇ ਪਿੰਡ ਦੇ ਵਿੱਚ ਅਜੇ ਤੱਕ ਕੋਈ ਵੀ ਇਹੋ ਜਿਹਾ ਵਿਕਾਸ ਚੱਲਿਆ ਹੀ ਨਹੀਂ ਕਿ ਜਾਂ ਕੋਈ ਵੀ ਆਦਮੀ ਸਾਡੇ ਪਿੰਡ ਦੇ ਵਿੱਚ
ਕਿਹੜੇ ਕਿਹੜੇ ਵੱਡੇ ਵੱਡੇ ਲੀਡਰ ਹੋਏ ਆ ਕਿ ਅਜੇ ਤੱਕ ਕੋਈ ਵੀ ਮਸਲਾ ਹੱਲ ਨਹੀਂ ਕੀਤਾ ਕਿਸੇ ਨੇ ਵੀ, ਗਰੀਬਾਂ ਦੇ ਬਾਰੇ ਕੁਝ ਵੀ ਨਹੀਂ ਸੋਚਿਆ। ਪਰ ਇਹ ਮਸਲਾ ਜਿਹੜਾ ਇਹ ਤੁਸੀਂ ਕਰਨਯੋਗ ਜੋ ਇਹਨੂੰ ਮਸਲੇ ਨੂੰ ਹੱਲ ਕੀਤਾ ਜਾਵੇ। ਸਾਡੇ ਗਰੀਬਾਂ ਦਾ ਪੰਜਾਂ ਮਰਨੇ ਦੇ ਵੀ ਪਲਾਟ ਕੱਟ ਕੇ ਦਿੱਤੇ ਜਾਣ ਤੇ ਅਸੀਂ ਉੱਥੇ ਕਲੋਨੀਆਂ ਬਣਾ ਕੇ ਦੇਣ, ਅਸੀਂ ਬਹੁਤ ਖੁਸ਼ ਹਾਂ। ਸਾਨੂੰ ਦੋ ਮਰਨੇ 'ਚ ਰਹਿਣ ਦੇ ਲੋਕ ਕਮਜ਼ੋਰੀ ਗਰੀਬੀ ਆਹ 2 ਸਾਲਾਂ ਦੇ ਵਿੱਚ, ਹੁਣ ਆਹ ਲੋਕਡਾਊਨ ਦੇ ਵਿੱਚ ਕਿੰਨਾ ਨੁਕਸਾਨ ਹੋਇਆ ਗਰੀਬਾਂ ਨੂੰ। ਕੋਈ ਦਿਹਾੜੀ ਨਹੀਂ, ਕੋਈ ਦਿਹਾੜੀ ਦਾ ਪਾਣੀ ਮਿਲਿਆ ਤੇ ਪਤਾ ਨਹੀਂ ਕਿੱਦਾਂ ਗੁਜ਼ਾਰਾ ਕਰਦੇ ਰਹੇ ਅਸੀਂ, ਕੀ ਸਾਡੇ ਨਾਲ ਹੋਇਆ ਤੇ ਕੀ ਅਸੀਂ ਕਰਨ ਡਏ ਆ। ਸਾਡੇ ਕੋਲ ਜ਼ਮੀਨਾਂ ਕੋਈ, ਅਸੀਂ ਇੱਕ ਭੁੱਖੇ ਮਰਨ ਲਈ ਪਤਾ ਨਹੀਂ ਕਿੰਨਾ ਕਰਜ਼ਾ ਚੁੱਕ ਕੇ ਖਾ ਗਿਆ। ਇਹ ਮਸਲੇ ਦਾ ਕੁਝ ਹੱਲ ਕਰੋ, ਇਹਨਾਂ ਨੂੰ ਵੀ ਕਹੋ, ਬਾਕੀ ਆਪਣੇ ਐਮਐਲਏ ਨੂੰ ਕਹੋ ਜਾਂ ਕਿਸੇ ਨੂੰ ਵੀ ਸਾਡਾ ਮਸਲਾ ਹੱਲ ਹੋਣਾ ਚਾਹੀਦਾ ਹੈ। ਲੋ ਜੀ, ਸਾਡੇ ਨਾਲ ਭੈਣਾਂ ਵੀ ਮੌਜੂਦ ਨੇ, ਇਹਨਾਂ ਕੋਲੋਂ ਵੀ ਆਪਾਂ ਪੁੱਛਦੇ ਜੀ। ਹਾਂਜੀ, ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ? ਵਾਹਿਗੁਰੂ ਜੀ ਕੀ ਫਤਿਹ। ਅਸੀਂ ਇਹੋ ਆਖਣਾ ਚਾਹੁੰਦੇ ਹਾਂ ਵੀ ਸਾਡਾ ਕੋਠੇ ਮਸਲਾ ਸਭ ਕੁਝ ਆਂਦੇ ਸੀ ਵੀ ਤੁਹਾਡਾ ਆਇਆ ਵਾ, ਅਸੀਂ ਡੀਸੀ ਦਫ਼ਤਰੋਂ ਆਏ ਆ, ਉੱਥੇ ਜਾ ਕੇ ਅਸੀਂ ਕਾਪੀ ਚੈੱਕ ਕਰਾਈ ਆ, ਤੁਹਾਡੇ ਪੈਸੇ ਆਏ ਆ, ਅੱਜ ਨਹੀਂ ਕੱਲ ਨਹੀਂ ਪਰਸੋਂ 3 ਮਹੀਨੇ ਅਸੀਂ ਲਗਾਤਾਰ ਲਾਈ ਆ ਤੇ ਅਸੀਂ ਤੁਰ ਕੇ ਜਾਂਦੇ ਰਹੇ ਖਡੂਰ ਸਾਹਿਬ ਦੇ ਵਿੱਚ ਬਲਾਕ 'ਚ, ਤੇ ਮੁੜ ਕੇ ਉਹਨਾਂ ਨੇ ਆਖਤਾ ਸਾਲ ਬਾਅਦ ਤੁਹਾਨੂੰ ਪੈਸੇ ਪੈਣਗੇ। ਸਾਡਾ ਕੋਈ ਮਸਲਾ ਹੱਲ ਨਹੀਂ ਹੋਇਆ, ਸਾਡੇ ਕਮਰੇ ਦੇ ਪੈਸੇ ਨਹੀਂ ਪਾਏ ਉਹਨਾਂ, ਕਮਰੇ ਦੇ ਪੈਸੇ ਸਾਡੇ ਖਾਧੇ ਗਏ ਆ, ਸਾਡੇ ਬੱਚੇ ਆ ਉਹ ਖਰਾਬ ਕਰਤੇ ਆ ਤੇ ਸਾਨੂੰ ਕਣਕਾਂ ਮਿਲੀਆਂ ਦਾ ਕੋਈ ਫਾਇਦਾ ਨਹੀਂ। ਅਸੀਂ ਰੋ ਰਹੇ ਆ, ਸਰਕਾਰ ਗਾਰੀ ਅਸੀਂ ਰੋਨੇ ਆ, ਸਾਡੇ 2 ਬੱਚੇ ਆ ਤੇ 2 ਮਰਲੇ ਸਾਡਾ ਥਾਂ ਵਾ, ਅਸੀਂ ਉਹਦੇ ਵਿੱਚ ਗੁਜ਼ਾਰਾ ਨਹੀਂ ਕਰ ਸਕਦੇ, ਸਾਡਾ ਮੰਦਾ ਹਾਲ ਆ। ਅਸੀਂ ਬਿਲਕੁਲ ਰੋ ਕੇ ਸਰਕਾਰ ਨੂੰ ਦੱਸ ਰਹੇ ਆ ਸਾਡਾ ਮੰਦਾ ਹਾਲ ਆ, ਸਾਨੂੰ ਨਸ਼ਿਆਂ ਤੇ ਨਿਆਣੇ ਲਾਤੇ ਆ, ਸਾਨੂੰ ਕੋਈ ਕਣਕ ਦਾ ਫਾਇਦਾ ਨਹੀਂ ਹੋਇਆ, ਸਾਨੂੰ ਕੋਈ ਲਾਭ ਨਹੀਂ ਇਹਦੇ ਵਿੱਚ, ਸਾਨੂੰ ਅਸੀਂ ਘਾਟੇ ਵਾਂਗ। ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਵੀਰ ਜੀ, ਆਪਣੇ ਕਹਿਣ ਦਾ ਮਤਲਬ ਇਹ ਆ ਕਿ ਜੋ ਇੰਨਾ ਚਿਰ ਦਾ ਪਲਾਂਟ ਆਪਣਾ ਪਾਸ ਹੋਇਆ ਉਹ ਆਪਾਂ ਨੂੰ ਕੋਈ ਮਤਲਬ ਕਿ ਨਹੀਂ ਹਾਂ ਕਰਨ ਡਿਆ, ਠੀਕ ਹੈ। ਜੇ ਲੋਕਡਾਊਨ ਦੇ ਵਿੱਚ ਗਰੀਬਾਂ ਨੇ ਕਿੰਨੇ ਤਰਲੇ ਲੈਂਦੇ ਰਹੇ ਤੇ ਕਦੀ ਸਰਪੰਚ ਨੇ ਨਹੀਂ ਕੋਈ ਗਰੀਬ ਦੀ ਸੁਣੀ, ਕੋਈ ਮਤਲਬ ਉਹਨਾਂ ਨੇ ਕੋਈ ਮਤਲਬ ਪੁੱਛਿਆ ਹੀ ਨਹੀਂਗਾ ਕਿ ਕੋਈ ਭੁੱਖੇ ਰਹਿਣ ਡਿਆ, ਕੋਈ ਮਰਨ ਡਿਆ, ਕੋਈ ਜੀਂਦਾ ਹੈ, ਤੇ ਵੋਟਾਂ ਨੂੰ ਸਿਰ ਚੜ੍ਹ ਕੇ ਆ ਜਾਂਦੇ ਆ। ਤੇ ਵੋਟਾਂ ਆਪਾਂ ਪਾਉਣਾ ਤਾਂ ਹੀ ਕਰਕੇ ਕਿ ਸਾਡੇ ਬਾਰੇ ਕੁਛ ਸੋਚਣ। ਨਹੀਂ ਜੀ, ਦੇਖੋ ਹੁਣ ਵੀਰ ਜੀ ਕਹਿ ਰਹੇ ਸੀ ਵੀ ਪਿੰਡ ਦਾ ਵਿਕਾਸ ਬਹੁਤ ਵਧੀਆ ਹੋ ਰਿਹਾ ਹੈ ਨਾ, ਕੋਈ ਪਿੰਡ ਦੀ ਪੰਚਾਇਤ ਹੈ ਜਿਹੜੀ ਮੌਜੂਦਾ ਪੰਚਾਇਤ ਆ ਉਹਨੇ ਬਹੁਤ ਵਧੀਆ ਵਿਕਾਸ ਕਰਵਾਇਆ, ਲੇਕਿਨ ਤੁਸੀਂ ਕਹਿ ਰਹੇ ਹੋ ਵੀ ਜਿਹੜੇ ਪਿੰਡ ਦੇ ਸਰਪੰਚ ਸਾਹਿਬ ਨੇ ਜਾਂ ਪਿੰਡ ਦੀ ਪੰਚਾਇਤ ਆ ਇਹ ਗਰੀਬਾਂ ਵੱਲ ਨਜ਼ਰ ਨਹੀਂ ਮਾਰ ਰਹੀ ਹੈ ਨਾ। ਆਪਣਾ ਤਾਂ ਥਾਂ ਵੀ ਬੋਲੀ ਦੇ ਵੱਜ ਉੱਥੇ ਤੇ ਸਾਨੂੰ ਕੋਈ ਸੁਣਦਾ ਹੀ ਨਹੀਂ। ਲੋ ਜੀ, ਅਸੀਂ ਹੱਥ ਜੋੜ ਕੇ ਪੰਜਾਬ ਸਰਕਾਰ ਨੂੰ, ਐਮਐਲਏ ਸਾਹਿਬ ਔਰ ਇਸ ਨਗਰ ਦੀ ਸਮੁੱਚੀ ਪੰਚਾਇਤ ਨੂੰ, ਸਰਪੰਚ ਸਾਹਿਬ ਨੂੰ ਹੱਥ ਜੋੜ ਕੇ ਬੇਨਤੀ ਕਰਾਂਗੇ, ਤਹਿਸੀਲਦਾਰ ਸਾਹਿਬ ਨੂੰ ਵੀ ਬੇਨਤੀ ਕਰਾਂਗੇ, ਕਾਨੂੰਗੋ ਸਾਹਿਬ ਨੂੰ, ਪਟਵਾਰੀ ਸਾਹਿਬ ਨੂੰ, ਕਿ ਸਾਰੇ ਹੀ ਰਲ ਮਿਲ ਕੇ ਤੁਸੀਂ ਇਹਨਾਂ ਗਰੀਬਾਂ ਦੀ ਜਿਹੜੀ ਸੁਣਵਾਈ ਕਰੋ ਔਰ ਇਹਨਾਂ ਦੇ ਜਿਹੜੇ ਹੱਕ ਨੇ, ਜਿਹੜੇ ਇਹਨਾਂ ਦੇ ਬਣਦੇ ਥਾਂ ਨੇ, ਇਹਨਾਂ ਨੂੰ ਦਿੱਤੇ ਜਾਣ ਜੀ। ਇਸ ਦੇ ਨਾਲ ਹੀ ਸ਼ੁਕਰੀਆ, ਧੰਨਵਾਦ। ਮਜ਼ਦੂਰ ਏਕਤਾ ਜਿੰਦਾਬਾਦ, ਮਜ਼ਦੂਰ ਏਕਤਾ ਜਿੰਦਾਬਾਦ, ਸਾਡਾ ਹੱਕ